ਸਤਿ ਸ਼੍ਰੀ ਅਕਾਲ ਬੱਚਿਓ। ਮੈਂ ਅੱਜ ਤੁਹਾਨੂੰ ਪੜ੍ਹਾਉਣ ਜਾ ਰਹੀ ਹਾਂ ਪਾਠ ਪੰਜਵੀਂ ਦਾ ਪਹਿਲਾ ਲੈਸਨ, ਜੋ ਕਿ ਤੁਹਾਨੂੰ ਪਤਾ ਹੈ ਸਵਾਗਤ ਜ਼ਿੰਦਗੀ ਦਾ। ਸਿਹਤ ਅਤੇ ਸਫਾਈ, ਕੀਟਾਣੂਆਂ ਅਤੇ ਬਿਮਾਰੀਆਂ। ਬੱਚਿਓ, ਤੁਸੀਂ ਬਿਮਾਰੀ ਦੀ ਛੁੱਟੀ ਦੇ ਬਿਨਾਂ ਪੱਤਰ ਵਿੱਚ ਅਕਸਰ ਲਿਖਦੇ ਹੋ ਕਿ ਮੈਂ ਸਕੂਲ ਨਹੀਂ ਆ ਸਕਦੀ ਕਿਉਂਕਿ ਮੈਨੂੰ ਬੁਖਾਰ ਹੋ ਗਿਆ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਬੁਖਾਰ ਕਿਵੇਂ ਹੋ ਜਾਂਦਾ ਹੈ? ਬੱਚਿਓ, ਬੁਖਾਰ, ਜ਼ੁਕਾਮ, ਖਾਂਸੀ ਸਾਨੂੰ ਕੀਟਾਣੂਆਂ ਨਾਲ ਹੁੰਦਾ ਹੈ। ਕੀਟਾਣੂਆਂ ਨਾਲ ਬੁਖਾਰ, ਜ਼ੁਕਾਮ, ਖਾਂਸੀ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ, ਜਿਵੇਂ ਟਾਈਫਾਈਡ, ਹੈਜ਼ਾ, ਪੈਚਸ, ਖਸਰਾ ਆਦਿ। ਕੀਟਾਣੂ ਵੱਖ-ਵੱਖ ਢੰਗਾਂ ਨਾਲ ਆਲੇ ਦੁਆਲੇ ਦੀ ਗੰਦਗੀ ਤੋਂ ਸਾਨੂੰ ਨਹੁੰ ਅਤੇ ਹੱਥਾਂ ਤੱਕ ਪਹੁੰਚ ਜਾਂਦੇ ਹਨ। ਆਓ ਸਮਝੀਏ ਹਾਂ ਕਿਵੇਂ। ਕੀਟਾਣੂ ਅਕਸਰ ਹੱਥਾਂ ਰਾਹੀਂ ਫੈਲਦੇ ਹਨ। ਨੱਕ, ਮੂੰਹ, ਹੱਥਾਂ, ਅੱਖਾਂ ਤੋਂ ਖੰਘਣ, ਛਿੱਕਣ ਅਤੇ ਅੱਖਾਂ ਮਲਣ ਤੇ ਹੱਥਾਂ ਰਾਹੀਂ ਦੂਜਿਆਂ ਤੱਕ ਬਚਾਓ। ਖੰਘ ਛਿੱਕਣ ਸਮੇਂ ਰੁਮਾਲ ਦੀ ਵਰਤੋਂ ਕਰਨਾ। ਬਿਮਾਰ ਵਿਅਕਤੀਆਂ ਦੇ ਪਖਾਨੇ ਤੋਂ ਦੂਜੇ ਵਿਅਕਤੀਆਂ ਤੱਕ ਸੰਪਰਕ ਰਾਹੀਂ ਬਚਾਓ। ਪਖਾਨੇ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ। ਜਾਨਵਰਾਂ ਤੋਂ ਭੋਜਨ ਤੱਕ ਛੂਹਣ ਤੇ ਬਚਾਓ, ਹੱਥ ਧੋਣਾ। ਕੱਚੇ ਭੋਜਨ ਤੋਂ ਬਾਕੀ ਭੋਜਨ ਤੱਕ ਹੱਥਾਂ ਰਾਹੀਂ ਬਚਾਅ। ਭੋਜਨ ਪਕਾ ਕੇ ਖਾਣਾ, ਫਲ ਚੰਗੀ ਤਰ੍ਹਾਂ ਧੋ ਕੇ ਖਾਣਾ। ਹੱਥਾਂ ਤੋਂ ਭੋਜਨ ਤੱਕ ਕਿਵੇਂ ਗੰਦੇ ਹੱਥਾਂ ਨਾਲ ਭੋਜਨ ਪਕਾਉਣ ਅਤੇ ਖਾਣ ਨਾਲ ਬਚਾਓ। ਹਮੇਸ਼ਾ ਭੋਜਨ ਪਕਾਉਣ ਅਤੇ ਖਾਣ ਤੋਂ ਪਹਿਲਾਂ ਹੱਥ ਧੋਣਾ। ਮਨਕਰਨ ਨੂੰ ਇਹ ਸਰਟੀਫਿਕੇਟ ਮਿਲਿਆ ਹੈ ਕਿਉਂਕਿ ਉਸਨੇ ਇਹ ਸਭ ਕਰ ਲਿਆ ਹੈ। ਕੀ ਤੁਸੀਂ ਵੀ ਅਜਿਹਾ ਸਰਟੀਫਿਕੇਟ ਲੈਣਾ ਚਾਹੋਗੇ? ਮੈਂ ਕੀਟਾਣੂ ਮੁਕਤ ਹਾਂ। ਸਹੀ ਜਾਂ ਗਲਤ ਦੱਸਾਂਗੇ। ਨਾ ਮਨਕਰਨ, ਮੈਂ ਆਪਣੇ ਹੱਥ ਸਮੇਂ-ਸਮੇਂ ਤੇ ਧੋਂਦਾ ਰਹਿੰਦਾ ਹਾਂ। ਠੀਕ। ਮੈਂ ਹਰ ਰੋਜ਼ ਨਹਾਉਂਦਾ ਹਾਂ। ਠੀਕ। ਮੈਂ ਸਾਫ਼-ਸੁਥਰੇ ਕੱਪੜੇ ਪਾਉਂਦਾ ਹਾਂ। ਠੀਕ। ਮੈਂ ਆਪਣੇ ਦੰਦ ਚੰਗੀ ਤਰ੍ਹਾਂ ਸਾਫ਼ ਕਰਦਾ ਹਾਂ। ਠੀਕ। ਮੇਰਾ ਘਰ ਅਤੇ ਆਲਾ-ਦੁਆਲਾ ਸਾਫ਼-ਸੁਥਰਾ ਹੈ। ਠੀਕ। ਮੈਂ ਫਲ ਅਤੇ ਸਬਜ਼ੀਆਂ ਨੂੰ ਧੋ ਕੇ ਖਾਂਦਾ ਹਾਂ। ਠੀਕ। ਕਿਰਿਆ ਨੰਬਰ 1, ਹੱਥ ਮਿਲਾਉਣਾ। ਜਮਾਤ ਦੇ ਸਾਰੇ ਬੱਚਿਆਂ ਨੂੰ ਇੱਕ ਗੋਲ ਚੱਕਰ ਵਿੱਚ ਖੜ੍ਹੇ ਕਰੋ। ਇੱਕ ਬੱਚੇ ਦੇ ਹੱਥ 'ਚ ਟੈਲਕਮ ਪਾਊਡਰ ਪਾਓ। ਉਸ ਬੱਚੇ ਨੂੰ ਅਗਲੇ ਬੱਚੇ ਨਾਲ ਹੱਥ ਮਿਲਾਉਣ ਲਈ ਕਹੋ। ਇਸ ਤਰ੍ਹਾਂ ਇਹ ਹੱਥ ਮਿਲਾਉਣ ਦਾ ਸਿਲਸਿਲਾ ਅੱਗੇ ਜਾਰੀ ਰੱਖੋ ਜਦੋਂ ਤੱਕ ਸਾਰੇ ਬੱਚੇ ਹੱਥ ਨਾ ਮਿਲਾ ਲੈਣ। ਹੁਣ ਬੱਚਿਆਂ ਨੂੰ ਆਪਣੀ ਕਾਪੀ, ਕਿਤਾਬ, ਪੈਨ, ਪੈਨਸਿਲ ਆਦਿ ਫੜਨ ਲਈ ਕਹੋ। ਬੱਚਿਆਂ ਨੂੰ ਦੱਸੋ ਕਿ ਜਿਸ ਤਰ੍ਹਾਂ ਪਾਊਡਰ ਇੱਕ ਬੱਚੇ ਦੇ ਹੱਥ ਤੋਂ ਦੂਜੇ ਬੱਚੇ ਦੇ ਹੱਥ ਵਿੱਚ ਚਲਾ ਜਾਂਦਾ ਹੈ ਅਤੇ ਚੀਜ਼ਾਂ ਛੂਹਣ ਤੇ ਚੀਜ਼ਾਂ ਵਿੱਚ ਚਲਾ ਜਾਂਦਾ ਹੈ, ਕੀਟਾਣੂ ਵੀ ਇਸੇ ਤਰ੍ਹਾਂ ਇੱਕ ਦੂਜੇ ਦੇ ਹੱਥਾਂ ਰਾਹੀਂ ਇਸੇ ਤਰ੍ਹਾਂ ਫੈਲਦੇ ਹਨ। ਖਾਲੀ ਥਾਵਾਂ ਭਰੋ। ਕੀਟਾਣੂ ਅਕਸਰ ਡੈਸ਼ ਰਾਹੀਂ ਫੈਲਦੇ ਹਨ, ਅੱਖਾਂ ਰਾਹੀਂ ਜਾਂ ਹੱਥਾਂ ਰਾਹੀਂ। ਸਹੀ ਅਨਸਰ ਹੈ ਹੱਥਾਂ ਰਾਹੀਂ। ਖੰਘਣ ਛਿੱਕਣ ਸਮੇਂ ਡੈਸ਼ ਦੀ ਵਰਤੋਂ ਕਰਨੀ ਚਾਹੀਦੀ ਹੈ, ਹੱਥਾਂ ਦੀ, ਰੁਮਾਲ ਦੀ। ਸਹੀ ਅਨਸਰ ਹੈ ਰੁਮਾਲ। ਪਖਾਨੇ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਡੈਸ਼ ਨਾਲ ਧੋਣੇ ਚਾਹੀਦੇ ਹਨ, ਸਾਬਣ ਨਾਲ ਜਾਂ ਮਿੱਟੀ ਨਾਲ। ਸਾਬਣ ਨਾਲ। ਕੀਟਾਣੂ ਜਾਨਵਰਾਂ ਤੋਂ ਭੋਜਨ ਤੱਕ ਡੈਸ਼ ਤੇ ਫੈਲਦੇ ਹਨ, ਛੂਹਣ ਤੇ, ਖਾਣ ਤੇ, ਛੂਹਣ ਤੇ।
ਸੁਖਦੀਪ ਨੇ ਘਰ ਵਿੱਚ ਕੁੱਤਾ ਰੱਖਿਆ ਹੋਇਆ ਹੈ। ਉਹ ਹਰ ਰੋਜ਼ ਉਸ ਨਾਲ ਖੇਡਦਾ ਹੈ। ਅਚਾਨਕ ਉਹ ਬਿਮਾਰ ਪੈ ਗਿਆ ਅਤੇ ਡਾਕਟਰ ਕੋਲ ਗਿਆ। ਡਾਕਟਰ ਨੇ ਉਸ ਨੂੰ ਬਿਮਾਰ ਹੋਣ ਦਾ ਕਾਰਨ ਦੱਸਿਆ। ਹੇਠ ਲਿਖੇ ਕਾਰਨਾਂ ਵਿੱਚੋਂ ਸਹੀ ਕਾਰਨ ਦੀ ਚੋਣ ਕਰੋ। ਘਰ ਵਿੱਚ ਕੁੱਤਾ ਰੱਖਣਾ, ਕੁੱਤੇ ਨਾਲ ਖੇਡਣਾ, ਕੁੱਤੇ ਨਾਲ ਖੇਡਣ ਤੋਂ ਬਾਅਦ ਹੱਥ ਨਾ ਧੋਣਾ। ਇਹਨਾਂ ਵਿੱਚੋਂ ਕੋਈ ਵੀ ਨਹੀਂ। ਇਹਨਾਂ ਵਿੱਚੋਂ ਸਹੀ ਆਨਸਰ ਹੈ ਕੁੱਤੇ ਨਾਲ ਖੇਡਣ ਤੋਂ ਬਾਅਦ ਹੱਥ ਨਾ ਧੋਣਾ। ਆਓ ਸਮਝੀਏ, ਪਰਖੀਏ। ਕੀਟਾਣੂ ਕਿਵੇਂ ਫੈਲਦੇ ਹਨ? ਛੂਹਣ ਨਾਲ, ਖੰਘਣ ਛਿੱਕਣ ਨਾਲ, ਹਵਾ ਨਾਲ ਜਾਂ ਇਹਨਾਂ ਸਾਰਿਆਂ ਨਾਲ? ਸਹੀ ਆਨਸਰ ਹੈ ਇਹਨਾਂ ਸਾਰਿਆਂ ਨਾਲ। ਕੀਟਾਣੂਆਂ ਤੋਂ ਬਚਣ ਲਈ ਮੁੱਢਲਾ ਇਲਾਜ ਕੀ ਹੈ? ਬਾਹਰ ਨਾ ਜਾਣਾ, ਨੱਕ ਢੱਕ ਕੇ ਰੱਖਣਾ, ਕਿਸੇ ਦੇ ਨੇੜੇ ਨਾ ਜਾਣਾ ਜਾਂ ਸਵੱਛਤਾ। ਇਹਨਾਂ ਵਿੱਚੋਂ ਸਹੀ ਆਨਸਰ ਹੈ ਸਵੱਛਤਾ। ਇਹਨਾਂ ਵਿੱਚੋਂ ਕਿਹੜੀ ਬਿਮਾਰੀ ਕੀਟਾਣੂਆਂ ਨਾਲ ਨਹੀਂ ਹੁੰਦੀ? ਡਾਇਰੀਆ, ਜ਼ੁਕਾਮ, ਅੰਧਰਾਤਾ, ਟੀਬੀ। ਅੰਧਰਾਤਾ। ਕੀਟਾਣੂ ਕਿੱਥੇ ਰਹਿੰਦੇ ਹਨ? ਹਵਾ ਵਿੱਚ, ਪਾਣੀ ਵਿੱਚ, ਮਿੱਟੀ ਵਿੱਚ, ਹਰ ਥਾਂ। ਇਹਦਾ ਸਹੀ ਆਨਸਰ ਹੈ ਹਰ ਥਾਂ। ਹਵਾ, ਪਾਣੀ, ਭੋਜਨ ਅਤੇ ਸਿਹਤ। ਕਹਾਣੀ। ਇੱਕ ਦਿਨ ਹਵਾ ਅਤੇ ਪਾਣੀ ਆਪਸ ਵਿੱਚ ਦੁੱਖ ਸੁੱਖ ਕਰਨ ਲੱਗੇ। ਹਵਾ ਆਖਣ ਲੱਗੀ, ਪਾਣੀ ਵੀਰੇ, ਕੀ ਗੱਲ ਹੈ? ਇੰਨਾ ਉਦਾਸ ਕਿਉਂ ਦਿਖ ਰਿਹਾ ਹੈ? ਪਾਣੀ ਚੁੱਪ ਰਿਹਾ, ਜਿਵੇਂ ਦੁੱਖ ਸਾਂਝਾ ਕਰਨ ਲਈ ਸ਼ਬਦ ਨਾ ਮਿਲ ਰਹੇ ਹੋਣ। ਕੋਲ ਹੀ ਪਲੇਟ ਵਿੱਚ ਪਿਆ ਭੋਜਨ ਬੋਲਿਆ, ਕੀ ਕਰੀਏ ਵਿਚਾਰਾ, ਉਸਦਾ ਦੁੱਖ ਵੱਡਾ ਹੈ। ਮਨੁੱਖ ਨੇ ਇਸ ਨੂੰ ਗੰਦਗੀ ਅਤੇ ਰਸਾਇਣਿਕ ਨਾਲ ਮੈਲਾ ਅਤੇ ਜ਼ਹਿਰੀਲਾ ਕਰ ਦਿੱਤਾ ਹੈ। ਸੱਚਮੁੱਚ ਹਵਾ ਭੈਣੇ, ਮੈਂ ਤਾਂ ਆਪਣੀ ਗੁਣ ਹੀ ਗਵਾ ਬੈਠਾ ਹਾਂ। ਕਿੰਨਾ ਪਾਕ ਅਤੇ ਪਵਿੱਤਰ ਸਾਂ ਮੈਂ, ਠੰਡਾ ਅਤੇ ਮਿੱਠਾ ਵੀ। ਯਾਦ ਕਰੋ ਕਿੰਨਾ ਵਿਸ਼ਾਲ ਸਰੀਰ ਸੀ ਮੇਰਾ, ਵਿਅਰਥ ਵਹਾਉਣ ਕਾਰਨ ਕਿੰਨਾ ਸੁੰਗੜ ਗਿਆ। ਹਵਾ ਨੇ ਕਿਹਾ, ਮੇਰੀ ਹਾਲਤ ਵੀ ਤੇਰੀ ਜਿਹੀ ਹੈ। ਅਣਗਿਣਤ ਵਾਹਨਾਂ ਅਤੇ ਫੈਕਟਰੀਆਂ ਦੇ ਗੰਦੇ ਧੂਏ ਕਾਰਨ ਮੇਰੀ ਸ਼ੁੱਧਤਾ ਵੀ ਖਤਮ ਹੋ ਰਹੀ ਹੈ। ਮੈਨੂੰ ਤਾਂ ਇਸ ਸੋਚ ਨੇ ਤੰਗ ਕੀਤਾ ਹੋਇਆ ਹੈ ਕਿ ਮਨੁੱਖ ਦਾ ਕੀ ਬਣੂ। ਕਿੰਨਾ ਕੁ ਦੇਰ ਮੈਂ ਇਸ ਦੇ ਫੇਫੜਿਆਂ ਵਿੱਚ ਤਾਜ਼ਗੀ ਭਰ ਸਕਾਂਗੀ। ਮੇਰੇ ਵਿੱਚ ਵੀ ਮਨੁੱਖ ਸਾਹ ਲੈਣ ਵਾਲਾ ਤੱਤ ਪਹਿਲਾਂ ਨਾਲੋਂ ਬਹੁਤ ਘੱਟ ਗਿਆ। ਸਹੀ ਗੱਲ ਹੈ ਹਵਾ ਭੈਣੇ, ਭੋਜਨ ਕਹਿਣ ਲੱਗਾ, ਮੇਰੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ। ਪਾਣੀ ਅਤੇ ਜ਼ਹਿਰੀਲੇਪਨ ਅਤੇ ਕੀਟਨਾਸ਼ਕ ਕਾਰਨ ਮੇਰਾ ਸਵਾਦ ਅਤੇ ਪੌਸ਼ਟਿਕ ਤੱਤ ਵੀ ਖਤਮ ਹੋ ਰਹੇ ਹਨ। ਮੈਨੂੰ ਤਾਂ ਇਹ ਫ਼ਿਕਰ ਲੱਗਾ ਹੋਇਆ ਹੈ ਕਿ ਮਨੁੱਖ ਮੈਨੂੰ ਖਾ ਕੇ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਿਹਾ ਹੈ। ਪਤਾ ਨਹੀਂ ਮਨੁੱਖ ਨੂੰ ਸੋਚੀ ਕਿਉਂ ਨਹੀਂ ਆ ਰਹੀ। ਸਾਡੇ ਪ੍ਰਤੀ ਵਰਤੀ ਜਾ ਰਹੀ ਅਣਗਹਿਲੀ ਅਤੇ ਲਾਲਚੀ ਸੋਚ ਦਾ ਉਹ ਆਪ ਹੀ ਸ਼ਿਕਾਰ ਹੋ ਰਿਹਾ ਹੈ। ਭੁੱਲ ਗਿਆ ਹੈ ਕਿ ਸਿਹਤ ਅਤੇ ਸਰਮਾਇਆ ਹੈ। ਕਿਰਿਆ। ਕਹਾਣੀ ਦਾ ਰੋਲ ਪਲੇ। ਕਿਰਿਆ 2। ਹਵਾ, ਪਾਣੀ ਅਤੇ ਭੋਜਨ ਆਪਣੀ ਵਿਗੜੀ ਹੋਈ ਹਾਲਤ ਕਾਰਨ ਬਹੁਤ ਪਰੇਸ਼ਾਨ ਹੈ। ਬੱਚਿਓ, ਤੁਸੀਂ ਇਹਨਾਂ ਬਾਕਸ ਵਿੱਚ ਆਪਣੇ ਆਪ ਲਿਖੋਗੇ। ਕਿਰਿਆ 3। ਆਓ ਤਿਆਰ ਕਰੀਏ। ਹਵਾ ਅਤੇ ਪਾਣੀ ਦੇ ਪ੍ਰਦੂਸ਼ਿਤ ਸੰਬੰਧੀ ਜਾਗਰੂਕਤਾ ਰੈਲੀ ਕੱਢਣ ਲਈ ਬੈਨਰ ਅਤੇ ਸਲੋਗਨ ਇਹ ਦੱਸੋ। ਕਹਾਣੀ ਦੇ ਆਧਾਰ ਤੇ ਦੱਸੋ ਕਿ ਭੋਜਨ ਦੀ ਵਿਗੜੀ ਹੋਈ ਹਾਲਤ ਕਾਰਨ ਉਸ ਵਿੱਚ ਕੀ ਵੱਧ ਗਿਆ ਅਤੇ ਕੀ ਘਟ ਗਿਆ। ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵਾਹਨਾਂ ਦੀ ਵਰਤੋਂ ਤਹਿਜੀਬ ਦਾ ਕਿਹੜਾ ਵਿਕਲਪ ਸਹੀ ਹੈ ਅਤੇ ਕਿਹੜਾ
ਅਤੇ ਕਿਉਂ? ਆਓ ਸਮਝੀਏ ਤੇ ਪਰਖੀਏ। ਮਨੁੱਖ ਦੀ ਸਿਹਤ ਤੇ ਕਿਸ ਦੇ ਗੰਦੇ ਹੋਣ ਦਾ ਮਾਰੂ ਪ੍ਰਭਾਵ ਪੈਂਦਾ ਹੈ? ਹਵਾ, ਪਾਣੀ, ਭੋਜਨ, ਇਹਨਾਂ ਸਾਰਿਆਂ ਤੇ। ਸਹੀ ਆਨਸਰ ਹੈ ਇਹਨਾਂ ਸਾਰਿਆਂ ਦੇ। ਜ਼ਹਿਰੀਲੀ ਹਵਾ ਨਾਲ ਕਿਸ ਚੀਜ਼ ਦਾ ਨੁਕਸਾਨ ਹੁੰਦਾ ਹੈ? ਭੋਜਨ ਤੱਤਾਂ ਦਾ, ਫੇਫੜਿਆਂ ਦਾ, ਫੈਕਟਰੀਆਂ ਦਾ, ਪਾਣੀ ਦਾ, ਸਫਾਈ ਦਾ। ਇਹਨਾਂ ਵਿੱਚੋਂ ਸਹੀ ਆਨਸਰ ਹੈ ਫੇਫੜਿਆਂ ਦਾ। ਸਫਾਈ। ਅਧਿਆਪਕਾਂ ਲਈ ਦਿੱਤੇ ਗਏ ਮੈਪ ਅਨੁਸਾਰ ਸਫਾਈ ਅਤੇ ਚੰਗੀ ਸਿਹਤ ਦੇ ਆਪਸੀ ਸੰਬੰਧ ਬਾਰੇ ਸਮਝ ਵਿਕਸਿਤ ਕਰਨ ਲਈ ਸਫਾਈ ਦੇ ਵੱਖ-ਵੱਖ ਖੇਤਰਾਂ ਬਾਰੇ ਬੱਚਿਆਂ ਨਾਲ ਚਰਚਾ ਕਰਨਾ ਅਤੇ ਬੱਚਿਆਂ ਨੂੰ ਸਫਾਈ ਰੱਖਣ ਲਈ ਉਤਸ਼ਾਹਿਤ ਕਰਨਾ। ਹੱਥ ਧੋਵੋ, ਬੇਫਿਕਰ ਹੋਵੋ। ਸਫਾਈ ਦੇ ਨਿਯਮਾਂ ਨੂੰ ਅਪਣਾਓ। ਹੱਥ ਕਿਰਿਆ, ਖਾਲੀ ਥਾਵਾਂ ਭਰੋ। ਬੱਚਿਓ, ਇਹ ਤੁਸੀਂ ਆਪ ਕਰਨਗੇ। ਮੰਤਰ। ਬੱਚਿਆਂ ਨੂੰ ਸਮਝਾਉਣਾ ਕਿ ਸਫਾਈ ਦੇ ਘੇਰੇ ਵਿੱਚੋਂ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤਾਂ ਅਸੀਂ ਕੀਟਾਣੂਆਂ ਦੀ ਪਕੜ ਵਿੱਚ ਆ ਜਾਂਦੇ ਹਾਂ ਅਤੇ ਕੀਟਾਣੂ ਬਹੁਤ ਤੇਜ਼ੀ ਨਾਲ ਫੈਲਦੇ ਹਨ। ਅਧਿਆਪਕਾਂ ਦੁਆਰਾ ਬੱਚਿਆਂ ਦੇ ਸਹਿਯੋਗ ਨਾਲ 2 ਫਲੈਸ਼ ਕਾਰਡ ਤਿਆਰ ਕਰਵਾਏ ਜਾਣ ਜਿਸ 'ਤੇ ਕੀਟਾਣੂਆਂ ਲਿਖਿਆ ਹੋਵੇ। ਅਧਿਆਪਕ ਜਮਾਤ ਦੇ ਸਾਰੇ ਬੱਚਿਆਂ ਨੂੰ ਮੈਦਾਨ ਵਿੱਚ ਲੈ ਕੇ ਜਾਵੇਗਾ ਤੇ ਮੈਦਾਨ ਵਿੱਚ ਇੱਕ ਚੱਕਰ ਬਣਾ ਕੇ ਉਸ ਵਿੱਚ ਸਫਾਈ ਲਿਖਿਆ ਜਾਵੇਗਾ। ਪੂਰੀ ਜਮਾਤ ਵਿੱਚੋਂ 2 ਬੱਚੇ ਅਲੱਗ ਕੀਤੇ ਜਾਣ। ਉਹਨਾਂ ਦੋਵਾਂ ਦੇ ਗਲ ਵਿੱਚ ਕੀਟਾਣੂਆਂ ਵਾਲਾ ਫਲੈਸ਼ ਕਾਰਡ ਪਾਇਆ ਜਾਵੇ। ਉਹ ਦੋਵੇਂ ਕੀਟਾਣੂ ਬਣਨਗੇ ਤੇ ਬਾਕੀ ਬੱਚੇ ਹੱਥ ਬਣਨਗੇ। ਹੱਥ ਬਣੇ ਬੱਚਿਆਂ ਨੂੰ ਸਫਾਈ ਵਾਲੇ ਚੱਕਰ ਵਿੱਚ ਖੜਾ ਕੀਤਾ ਜਾਵੇਗਾ ਤੇ ਖੇਡ ਸ਼ੁਰੂ ਹੋਣ ਤੇ ਹੱਥ ਬਣੇ ਬੱਚੇ ਸਫਾਈ ਦੇ ਚੱਕਰ ਵਿੱਚੋਂ ਨਿਕਲ ਕੇ ਭੱਜਣਗੇ। ਫਿਰ ਅਧਿਆਪਕ ਕੀਟਾਣੂ ਬਣੇ ਬੱਚਿਆਂ ਨੂੰ ਹੱਥ ਫੜ ਕੇ ਦੌੜਨ ਅਤੇ ਹੱਥ ਬਣੇ ਬੱਚਿਆਂ ਨੂੰ ਫੜਨ ਲਈ ਕਹੇਗਾ। ਇਹ ਉਹ ਕੀਟਾਣੂ ਜਿਸ ਬੱਚੇ ਨੂੰ ਫੜ ਲੈਣਗੇ ਉਹ ਵੀ ਕੀਟਾਣੂਆਂ ਦੇ ਨਾਲ ਹੱਥ ਫੜਨ ਦੌੜੇਗਾ। ਇਸ ਤਰ੍ਹਾਂ ਕੀਟਾਣੂਆਂ ਦੀ ਸੰਖਿਆ ਵੱਧਦੀ ਜਾਵੇਗੀ ਤੇ ਹੱਥਾਂ ਦੀ ਘਟਦੀ ਜਾਵੇਗੀ। ਅੰਤ ਵਿੱਚ ਸਾਰੇ ਬੱਚੇ ਫੜ ਹੋ ਜਾਣਗੇ। ਕਿਰਿਆ। ਆਪਣੇ ਘਰ, ਸਕੂਲ ਵਿੱਚੋਂ ਇਹਨਾਂ ਸਥਾਨਾਂ ਦੀ ਸੂਚੀ ਬਣਾਓ ਜਿੱਥੇ ਸਫਾਈ ਦੀ ਲੋੜ ਹੈ। ਬੱਚਿਓ, ਇਹ ਸੂਚੀ ਤੁਸੀਂ ਆਪਣੇ ਆਪ ਬਣਾਉਣਗੇ। ਨਿੱਜੀ ਸਫਾਈ ਵਿੱਚ ਕੀ ਸ਼ਾਮਿਲ ਹੈ ਇਹ ਤੁਸੀਂ ਆਪਣੇ ਆਪ ਲਿਖਣਗੇ। ਨੀਚੇ ਪੜ੍ਹ ਕੇ ਤੇ ਲਿਖੋ। ਮੈਂ ਸਫਾਈ ਹਾਂ। ਮੈਂ ਹਰ ਥਾਂ ਰਹਿਣਾ ਚਾਹੁੰਦੀ ਹਾਂ ਪਰ ਮੈਂ ਉੱਥੇ ਹੀ ਰਹਾਂਗੀ ਜਿੱਥੇ ਤੁਸੀਂ ਮੈਨੂੰ ਰੱਖਣਾ ਚਾਹੋਗੇ। ਤੁਸੀਂ ਮੈਨੂੰ ਕਿਹੜੇ ਥਾਵਾਂ 'ਤੇ ਰੱਖਣਾ ਚਾਹੋਗੇ ਅਤੇ ਦੱਸੋ ਉਹਨਾਂ ਥਾਵਾਂ ਵਿੱਚੋਂ ਮੈਂ ਕਿੱਥੇ ਹਾਂ ਤੇ ਕਿੱਥੇ ਨਹੀਂ ਹਾਂ। ਸਥਾਨ। ਮੈਂ ਹਾਂ, ਮੈਂ ਨਹੀਂ ਹਾਂ। ਇਹ ਬੱਚਿਓ ਤੁਸੀਂ ਆਪਣੇ ਆਪ ਲਿਖੋਗੇ। ਸਹੀ ਗਲਤ ਚੁਣੋ। ਸਫਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਗਲਤ। ਸਫਾਈ ਕਰਨ ਨਾਲੋਂ ਸਫਾਈ ਰੱਖਣਾ ਸੌਖਾ ਹੈ। ਠੀਕ। ਸਫਾਈ ਰੱਖਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ। ਠੀਕ। ਆਓ ਸਮਝੀਏ, ਪਰਖੀਏ। ਸਫਾਈ ਦੀ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ? ਆਪਣੇ ਘਰ ਤੋਂ, ਆਪਣੇ ਆਲੇ ਦੁਆਲੇ ਤੋਂ, ਆਪਣੇ ਆਪ ਤੋਂ, ਆਪਣੇ ਗੁਆਂਢ ਤੋਂ, ਆਪਣੇ ਘਰ ਤੋਂ। ਸਾਨੂੰ ਸਫਾਈ ਕਿਉਂ ਕਰਨੀ ਚਾਹੀਦੀ ਹੈ? ਸੁੰਦਰਤਾ ਤੇ ਸਵੱਛਤਾ ਲਈ, ਤੰਦਰੁਸਤ ਰਹਿਣ ਲਈ, ਗੰਦਗੀ ਤੋਂ ਛੁਟਕਾਰਾ ਪਾਉਣ ਲਈ। ਉਪਰੋਕਤ ਸਾਰੇ। ਇਹਨਾਂ ਵਿੱਚੋਂ ਹੈ ਉਪਰੋਕਤ ਸਾਰੇ। ਪ੍ਰੀਤੀ ਬਹੁਤ ਸਿਆਣੀ ਹੈ। ਕਵਿਤਾ। ਪ੍ਰੀਤੀ ਬਹੁਤ ਸਿਆਣੀ ਹੈ। ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਹਰ ਰੋਜ਼ ਬੁਰਸ਼ ਕਰਨਾ ਤੇ ਨਹਾਉਣਾ। ਹੋ ਗਏ ਜੇ ਦੰਦ ਖਰਾਬ, ਔਖਾ ਹੋ ਜਾਊ ਗੰਨੇ ਚੁੱਪਣਾ, ਛੱਲੀਆਂ ਚਬਾਉਣਾ।
ਪ੍ਰੀਤੀ ਬਹੁਤ ਸਿਆਣੀ ਹੈ। ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਨੇ ਨਹਾ ਕੇ ਸਾਫ਼ ਸੁਥਰੇ ਕੱਪੜੇ ਪਾਉਣੇ, ਪਸੀਨਾ, ਬਦਬੂ ਤੇ ਕੀਟਾਣੂ ਨਾਲ ਜੇ ਹੋ ਗਏ ਬਿਮਾਰ ਤਾਂ ਪੈਣਗੀਆਂ ਦਵਾਈਆਂ ਖਾਣੀਆਂ ਤੇ ਟੀਕੇ ਲਗਾਉਣੇ। ਪ੍ਰੀਤੀ ਬਹੁਤ ਸਿਆਣੀ ਹੈ। ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਘਰ ਨੂੰ ਸੁੰਦਰ ਤੇ ਸਵੱਛ ਬਣਾਉਣਾ। ਕੂੜੇ ਜੇ ਕੂੜੇਦਾਨ ਵਿੱਚ ਨਾ ਪਾਈਏ ਤਾਂ ਮੱਖੀਆਂ ਨਾਲ ਹੈਜ਼ਾ, ਮੱਛਰ ਨਾਲ ਮਲੇਰੀਆ ਹੈ ਫੈਲ ਜਾਣਾ। ਪ੍ਰੀਤੀ ਬਹੁਤ ਸਿਆਣੀ ਹੈ। ਉਸ ਨੂੰ ਪਤਾ ਹੈ ਕਿ ਕਿੰਨਾ ਜ਼ਰੂਰੀ ਹੈ ਗਲੀ ਵਿੱਚ ਝਾੜੂ ਲਗਾਉਣਾ। ਜੇ ਨਾ ਸਾਫ਼ ਰੱਖੀਏ ਆਲਾ ਦੁਆਲਾ ਤਾਂ ਸਾਰਾ ਕੂੜਾ ਮੁੜ ਘਰ ਨੂੰ ਹੀ ਆਉਣਾ। ਪ੍ਰੀਤੀ ਬਹੁਤ ਸਿਆਣੀ ਹੈ। ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਚੰਗੀਆਂ ਭੋਜਨ ਆਦਤਾਂ ਨੂੰ ਅਪਣਾਉਣਾ। ਖਾਧੇ ਰਹੇ ਜੇ ਗੰਦੇ ਹੱਥਾਂ ਨਾਲ ਨੰਗਾ ਭੋਜਨ, ਖਰਾਬ ਹੋ ਜਾਊ ਸਿਹਤ ਤੇ ਹੈ ਜਾਊ ਪਛਤਾਉਣਾ। ਪ੍ਰੀਤੀ ਬਹੁਤ ਸਿਆਣੀ ਹੈ। ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਹਰੀਆਂ ਸਬਜ਼ੀਆਂ, ਫਲ ਅਤੇ ਸਲਾਦ ਖਾਣਾ। ਖਾ ਕੇ ਬਜ਼ਾਰੂ ਭੋਜਨ ਪੀਂਦੇ ਰਹੇ ਕੋਲਡ ਡਰਿੰਕ ਤਾਂ ਕਮਜ਼ੋਰ ਹੋਣਗੀਆਂ ਅੱਖੀਆਂ, ਪਵੇਗਾ ਚਸ਼ਮਾ ਲਗਾਉਣਾ। ਪ੍ਰੀਤੀ ਬਹੁਤ ਸਿਆਣੀ ਹੈ। ਉਸ ਨੂੰ ਯਾਦ ਹੈ ਆਪਣੀ ਦਾਦੀ ਦਾ ਕਹਿਣਾ, ਵੇਲਾ ਰਹਿੰਦੇ ਕਰ ਲਓ ਵਿਚਾਰ, ਕਿਉਂਕਿ ਲੰਘਿਆ ਵੇਲਾ ਕਦੇ ਹੱਥ ਨਹੀਂ ਆਉਣਾ। ਕਿਰਿਆ ਚਰਚਾ। ਕੀ ਪ੍ਰੀਤੀ ਸੱਚਮੁੱਚ ਸਿਆਣੀ ਹੈ? ਜੇਕਰ ਹੈ ਤਾਂ ਕਿਉਂ? ਕਿਰਿਆ 2। ਪ੍ਰੀਤੀ ਦੀਆਂ ਚੰਗੀਆਂ ਸਿਹਤ ਆਦਤਾਂ ਦੀ ਸੂਚੀ ਬਣਾਓ। ਬੱਚਿਓ, ਇਹ ਸੂਚੀ ਤੁਸੀਂ ਆਪਣੇ ਆਪ ਬਣਾਓਗੇ। ਪ੍ਰੀਤੀ ਨੇ ਚੰਗੀਆਂ ਸਿਹਤ ਆਦਤਾਂ ਦੇ ਇੱਕ ਭਾਸ਼ਣ ਤਿਆਰ ਕਰਨਾ ਹੈ। ਭਾਸ਼ਣ ਲਿਖਣ ਵਿੱਚ ਉਸ ਦੀ ਮਦਦ ਕਰੋ। ਬੱਚਿਓ, ਇਹ ਤੁਸੀਂ ਆਪਣੇ ਆਪ ਲਿਖੋਗੇ। ਆਓ ਸਮਝੀਏ, ਪਰਖੀਏ। ਪ੍ਰੀਤੀ ਕਿਉਂ ਸਿਆਣੀ ਹੈ? ਉਸ ਦੀ ਉਮਰ ਵੱਧ ਹੈ, ਉਹ ਦੁੱਧ ਪੀਂਦੀ ਹੈ, ਉਹ ਸੁੰਦਰ ਹੈ, ਉਸ ਨੂੰ ਚੰਗੀਆਂ ਆਦਤਾਂ ਦੀ ਜਾਣਕਾਰੀ ਹੈ। ਸਹੀ ਉੱਤਰ ਹੈ, ਉਸ ਨੂੰ ਚੰਗੀਆਂ ਆਦਤਾਂ ਦੀ ਜਾਣਕਾਰੀ ਹੈ। ਗੰਦੇ ਕੱਪੜੇ ਪਾਉਣ ਨਾਲ ਕੀ ਹੁੰਦਾ ਹੈ? ਬਦਬੂ ਆਉਂਦੀ ਹੈ, ਕੀਟਾਣੂ ਫੈਲਦੇ ਹਨ, ਬਿਮਾਰੀ ਲੱਗ ਜਾਂਦੀ ਹੈ। ਇਹ ਸਾਰਾ ਕੁਝ ਸਹੀ ਆਨਸਰ ਹੈ। ਇਹ ਸਾਰਾ ਕੁਝ। ਥੈਂਕ ਯੂ ਬੱਚਿਓ।